ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਹਾਊਸ ਆਫ ਕਾਮਨਸ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਕੀਤੀ ਮੰਗ ਕਿ ਕੋਵਿਡ ਹਦਾਇਤਾਂ ਨੂੰ ਖਤਮ ਕਰ ਦਿੱਤਾ ਜਾਵੇ। ਪੂਰੀ ਤਰ੍ਹਾਂ ਪ੍ਰਦਰਸ਼ਨਕਾਰੀਆਂ ਦੇ ਹੱਕ ਵਿੱਚ ਆਏ ਕੰਜ਼ਰਵੇਟਿਵ MP। ਜਸਰਾਜ ਸਿੰਘ ਹੱਲੜ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਤੇ ਹਾਊਸ ਆਫ ਕਾਮਨਸ ਵਿੱਚ ਕੀ ਲਗਾਏ ਇਲਜ਼ਾਮ, ਸੁਣਾਵਾਂਗੇ ਉਹਨਾਂ ਨੇ ਕਿਹੜੀਆਂ ਗੱਲਾਂ ਕਹੀਆਂ। ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਦੇ ਕੁਝ ਹਿੱਸਿਆਂ ਦੇ ਵਿੱਚ ਪਹਾੜ ਤੋਂ ਬਰਫ਼ ਖਿਸਕਣ ਸੰਬੰਧੀ ਚੇਤਾਵਨੀ ਜਾਰੀ ਹੋਈ ਹੈ। ਦੱਸਾਂਗੇ ਕਿਹੜੇ ਨੇ ਖੇਤਰ। ਸਰੀ ਵਿੱਚ ਜੋ ਗੋਲੀਆਂ ਚੱਲੀਆਂ ਸੀ, ਇੱਕ ਜਣੇ ਨੇ ਦਮ ਤੋੜਿਆ। ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਕਿੱਥੇ ਤੋਂ ਤੇ ਕਿੰਨੀ ਖੇਪ ਬਰਾਮਦ ਕੀਤੀ ਗਈ ਹੈ, ਇਸ ਬਾਰੇ ਦੱਸਾਂਗੇ। ਓਨਟਾਰੀਓ ਵਿੱਚ OINP ਤਹਿਤ ਇਨਵੀਟੇਸ਼ਨ ਭੇਜੇ ਗਏ ਨੇ। ਤਾਜ਼ਾ ਡਰਾਅ ਕੱਢਿਆ ਗਿਆ, ਉਸ ਦੇ ਬਾਰੇ ਦੇਵਾਂਗੇ ਜਾਣਕਾਰੀ। ਇਸ ਦੇ ਨਾਲ ਹੀ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਭਰ ਵਿੱਚ ਜੋ ਇਸ ਸਮੇਂ ਪ੍ਰਦਰਸ਼ਨ ਹੋ ਰਹੇ ਨੇ, ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਉਣ ਦੀ ਮੰਗ ਹੋ ਰਹੀ ਹੈ। ਹਾਊਸ ਆਫ ਕਾਮਨਸ ਦੇ ਵਿੱਚ ਪਹਿਲੇ ਦਿਨ ਤਾਂ ਕਿਸੇ ਵੀ ਪਾਰਟੀ ਦੇ ਵੱਲੋਂ ਖੁੱਲ੍ਹ ਕੇ ਇਸ ਦਾ ਸਮਰਥਨ ਨਹੀਂ ਕੀਤਾ ਗਿਆ, ਪਰ ਹੁਣ ਕੰਜ਼ਰਵੇਟਿਵ ਪਾਰਟੀ ਸਮਰਥਨ ਦੇ ਵਿੱਚ ਆ ਗਈ ਹੈ, ਜਿਸ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਜੋ ਆਰਜ਼ੀ ਤੌਰ ਦੇ ਉੱਤੇ ਲੀਡਰ ਬਣਾਈ ਗਈ ਹੈ, ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਵਾਲ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਨਹੀਂ ਚਾਹੁੰਦੀ ਕਿ ਬਲੌਕੇਡ ਖਤਮ ਹੋਣ, ਪਰ ਉਹਨਾਂ ਨੇ ਦਾਅਵਾ ਕੀਤਾ ਕਿ ਕੰਜ਼ਰਵੇਟਿਵ ਪਾਰਟੀ ਚਾਹੁੰਦੀ ਹੈ ਕਿ ਬਲੌਕੇਡ ਖਤਮ ਹੋਣ, ਯਾਨੀ ਕਿ ਜਿਹੜੇ ਜਾਮ ਲਾਏ ਹੋਏ ਨੇ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ, ਜਿਸ ਦੇ ਕਰਕੇ ਸਪਲਾਈ ਚੇਨ ਵੀ ਪ੍ਰਭਾਵਿਤ ਹੋ ਰਹੀ ਹੈ। ਪਰ ਇਸ ਦੇ ਲਈ ਇਹ ਹੈ ਕਿ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਵੇ, ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਮੰਨਿਆ ਜਾ ਸਕਦਾ ਹੈ। ਇਸ ਉੱਤੇ ਗੱਲਬਾਤ ਕੀਤੀ ਜਾਵੇ ਪ੍ਰਦਰਸ਼ਨਕਾਰੀਆਂ ਦੇ ਨਾਲ, ਜੋ ਹੁਣ ਤੱਕ ਗੱਲਬਾਤ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਹੀਂ ਕੀਤੀ ਹੈ, ਉਸ ਦੀ ਮੰਗ ਕੀਤੀ ਗਈ ਤੇ ਨਾਲ ਹੀ ਮੰਗਾਂ ਨੂੰ ਮੰਨਣ ਤੋਂ ਬਾਅਦ ਕਿ ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਜਾਵੇ, ਜਿਸ ਤੋਂ ਬਾਅਦ ਇਹ ਬਲੌਕੇਡ ਹਟ ਸਕਦੇ ਨੇ। ਇਸ ਦੇ ਲਈ ਉਹਨਾਂ ਨੇ ਦਾਅਵਾ ਕੀਤਾ। Conservatives want the protests and the barricades to end. We want people to be able to head back to work and go home knowing that they have been listened to and that they've been respected. The Prime Minister holds the key. I've asked the Prime Minister, I've sent him a letter, I've asked him if he would be willing to meet with other leaders, with myself, so that we could work constructively to end this impasse. Will he meet with us? Can we work together to find a solution? Right Honourable Prime Minister. Mr. Speaker, the interim leader of the Conservative Party knows well that we spoke right after her election as leader to be able to work together to end this pandemic and to end these barricades and this blockage. Unfortunately, we see Conservative members continuing to encourage and support the blockades that are going on in downtown Ottawa, at the Coutts border crossing, at the Windsor Bridge. When are Conservatives going to stand up for ordinary Canadians putting food on their shelves and their jobs? When are they going to stand up, condemn these barricades? ਤਾਂ ਉਧਰ ਜਿਵੇਂ ਕਿ ਬਲੌਕੇਡਸ ਦੀ ਗੱਲ ਹੋਈ ਹੈ, ਤਾਂ ਸਪਲਾਈ ਚੇਨ ਦੇ ਉੱਤੇ ਪ੍ਰਭਾਵ ਪੈ ਰਿਹਾ ਹੈ, ਕਿਉਂਕਿ ਜੋ ਬਾਰਡਰਾਂ ਦੇ ਉੱਤੇ ਟਰੱਕ ਰੁਕੇ ਹੋਏ ਨੇ ਤੇ ਇਸ ਨੂੰ ਲੈ ਕੇ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਵਾਲ ਪੁੱਛਿਆ ਕਿ ਲਿਬਰਲ ਸਰਕਾਰ ਇਸ ਦੇ ਉੱਤੇ ਕੀ ਕਦਮ ਚੁੱਕ ਰਹੀ ਹੈ। ਤਾਂ ਉਸ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਇਸ ਸਮੇਂ ਸਪਲਾਈ ਚੇਨ ਦੇ ਉੱਤੇ ਵੀ ਅੱਗੇ ਅਸਰ ਪਵੇਗਾ ਤੇ ਇਸ ਮੌਕੇ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੋ ਇਹ ਬਲੌਕੇਡ ਨੇ, ਇਸ ਦੇ ਕਰਕੇ ਜਿਹੜਾ ਪ੍ਰਭਾਵ ਪੈ ਰਿਹਾ ਹੈ, ਉਸ ਦੇ ਨਾਲ ਅੱਗੇ ਜਾ ਕੇ ਗਰੋਸਰੀ ਸਟੋਰਸ ਦੇ ਵਿੱਚ ਭੋਜਨ ਦੇ ਜੋ ਰੇਟ ਨੇ ਉਹਨਾਂ ਵਿੱਚ ਵੀ ਵਾਧਾ ਹੋ ਸਕਦਾ ਹੈ, ਕਿਉਂ ਜੋ ਪੂਰੀ ਸਪਲਾਈ ਚੇਨ ਜਦੋਂ ਪ੍ਰਭਾਵਿਤ ਹੋਵੇਗੀ, ਉਸ ਦੇ ਨਾਲ ਸਮਾਨ ਘੱਟ ਵੀ ਪਾਇਆ ਜਾਵੇਗਾ ਤੇ ਮਹਿੰਗਾ ਵੀ ਹੋਵੇਗਾ। ਤੇ ਇਸ ਬਾਰੇ ਦਾਅਵਾ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ਦੇ ਵਿੱਚੋਂ ਕਿਹਾ, ਉਹ ਤੁਹਾਨੂੰ ਸੁਣਾਉਂਦੇ ਹਾਂ। ਪਹਿਲਾਂ ਸੁਣਾਵਾਂਗੇ ਜਗਮੀਤ ਸਿੰਘ ਦਾ ਜੋ ਸਵਾਲ ਹੈ ਉਹ। Ambassador Bridge crossing in Windsor is one of the busiest in all of Canada, and it's vital to the people of Windsor and the surrounding region. Windsor and the surrounding region rely heavily on travel back and forth between the border. Residents, small businesses, manufacturing sectors all require it. Right now, because of the convoy protests, truckers are being blocked and it's severely impacting Windsor and the surrounding region. What is the Prime Minister doing to end that shutdown and open up the border for the truckers to get back home and deliver the goods to Windsor and the surrounding region?
Right Honourable Prime Minister. Mr. Speaker, the Ambassador Bridge is critical for trade, and this blockade poses significant risks to our supply chains. Illegally blocked trade routes means empty shelves, higher prices, and layoffs in the trucking, manufacturing, and retail sectors. It is ironic, Mr. Speaker, that a protest and a blockade that was ostensibly by truckers is now blockading truckers themselves. Mr. Speaker, Canadians have the right to peaceful protest, but they don't have the right to illegally block our roads or harass residents. So I want to once again thank the 90% of truckers who've been vaccinated and working hard every day to keep our economy moving. ਤੇ ਹੁਣ ਸ਼ੁਰੂਆਤ ਦੇ ਵਿੱਚ ਤਾਂ ਇਲਜ਼ਾਮ ਲਗਾਏ ਜਾ ਰਹੇ ਸਨ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਜ਼ਿਕਰ ਕੀਤਾ, ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਜ਼ਿਕਰ ਕੀਤਾ ਸੀ ਤੇ ਹਾਊਸ ਆਫ ਕਾਮਨਸ ਦੇ ਵਿੱਚ ਬਹੁਮਤ ਦੇ ਨਾਲ ਨਿਖੇਧੀ ਵੀ ਕੀਤੀ ਗਈ ਸੀ ਪਹਿਲੇ ਦਿਨ, ਜੋ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਜੋ ਪ੍ਰਦਰਸ਼ਨ ਹੋ ਰਹੇ ਨੇ ਉਸ ਦੇ ਵਿੱਚ ਵੱਖਵਾਦੀ ਵੀ ਸ਼ਾਮਲ ਨੇ ਤੇ ਉਹ ਸ਼ਾਮਲ ਨੇ ਜੋ ਕਿ ਇੱਕ ਗੋਰਿਆਂ ਦਾ ਸੰਗਠਨ ਹੈ ਜੋ ਕਿ ਹੋਰ ਭਾਈਚਾਰਿਆਂ ਦੇ ਵਾਸਤੇ ਨਫ਼ਰਤ ਦਰਸਾਉਂਦੇ ਨੇ ਤੇ ਉਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਇਕੱਠਿਆ ਹੋ ਕੇ ਕੀਤਾ ਜਾ ਰਿਹਾ ਹੈ। ਪਰ ਜਿਵੇਂ ਕਿ ਇਸ ਦੇ ਵਿੱਚ ਵੱਖੋ ਵੱਖਰੇ ਭਾਈਚਾਰੇ ਸ਼ਾਮਲ ਨੇ ਤੇ ਕੋਵਿਡ-19 ਦੀਆਂ ਹਦਾਇਤਾਂ ਨੂੰ ਖਤਮ ਕਰਨ ਦੀ ਮੰਗ ਉਹ ਬਾਰ-ਬਾਰ ਕਰ ਰਹੇ ਨੇ, ਤਾਂ ਇਸ ਦਾ ਜ਼ਿਕਰ ਕਰਦੇ ਹੋਏ MP ਜਸਰਾਜ ਸਿੰਘ ਹੱਲੜ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਇਲਜ਼ਾਮ ਲਗਾਏ ਕਿ ਜਸਟਿਨ ਟਰੂਡੋ ਕੁਝ ਅਜਿਹੇ ਇਲਜ਼ਾਮ ਲਗਾ ਕੇ ਕਿ ਨਸਲੀ ਭੇਦਭਾਵ ਨਾਲ ਸੰਬੰਧਿਤ ਜੋ ਇਸ ਦੌਰਾਨ ਪ੍ਰਦਰਸ਼ਨ ਦੇ ਵਿੱਚ ਜੋ ਸਾਈਨ ਬੋਰਡ ਵੀ ਦਿਖਾਏ ਗਏ ਸਨ ਕਿ ਕੁਝ ਅਜਿਹਾ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਉਹ ਅਸਲ ਮੁੱਦਿਆਂ ਤੋਂ ਪਰੇ ਹਟ ਰਹੇ ਨੇ। ਤੇ ਇਸ ਨੂੰ ਲੈ ਕੇ MP ਜਸਰਾਜ ਸਿੰਘ ਹੱਲੜ ਨੇ ਉਸ ਗੱਲ ਦਾ ਵੀ ਜ਼ਿਕਰ ਕੀਤਾ ਜੋ ਕਿ ਸਾਲ 2019 ਦੀਆਂ ਚੋਣਾਂ ਤੇ ਨਾਲ ਹੀ ਜੋ ਸਾਲ 2021 ਦੀਆਂ ਚੋਣਾਂ ਦੇ ਦੌਰਾਨ ਵੀ ਮੁੱਦਾ ਬਣਿਆ ਸੀ, ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਕੂਲ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਆਪਣੇ ਮੂੰਹ ਨੂੰ ਕਾਲਾ ਕਰਕੇ ਉਸ ਦੇ ਵਿੱਚ ਹਿੱਸਾ ਲਿਆ ਗਿਆ ਸੀ। ਤਾਂ ਦੂਜਾ ਜ਼ਿਕਰ ਕੀਤਾ ਗਿਆ ਜੋ ਕਿ ਮੂਲ ਨਿਵਾਸੀ ਭਾਈਚਾਰੇ ਤੋਂ MP ਦੇ ਨਾਲ ਤਕਰਾਰ ਹੋ ਗਈ ਸੀ ਇੱਕ ਮਾਮਲੇ ਨੂੰ ਲੈ ਕੇ। ਦੋਵਾਂ ਦਾ ਜ਼ਿਕਰ ਕਰਦੇ ਹੋਏ MP ਜਸਰਾਜ ਸਿੰਘ ਹੱਲੜ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਤੇ ਇਲਜ਼ਾਮ ਲਗਾਏ। Speaker, I applaud the member for Louis Hebert's courage, who stood up to this tone-deaf Prime Minister, calling on his government to stop politicising the pandemic and stop dividing Canadians. Those speaking out against the mandates and the restrictions are not white supremacists or extremists like the Prime Minister tries to label. They are everyday Canadians who just want a clear path forward out of this pandemic so they can get on with their lives. Canadians' lives, businesses and mental health have all been devastated, and our Conservative team has been asking for this clear path forward for the last year. True leadership unites people, no matter their views. But this Prime Minister demonizes anyone who doesn't agree with his ideologies, calling people racist, even though he did blackface and kicked strong ethnic women out of his caucus who stood up against his corruption. It's time for this Prime Minister to stop politicising the pandemic and start listening to Canadians who have suffered enough. Canadians need hope, they need leadership, and they need action now for a path forward out of the mandates and restrictions. We all owe it to Canadians to keep our land united, strong and free. ਜਿਵੇਂ ਕਿ ਇਸ ਸਮੇਂ ਇਹ ਬਹਿਸ ਵੀ ਚੱਲ ਰਹੀ ਹੈ, ਵੱਖੋ ਵੱਖਰੇ ਪੱਧਰ ਦੇ ਉੱਤੇ ਮੁੱਦੇ ਚੁੱਕੇ ਵੀ ਜਾ ਰਹੇ ਨੇ, ਤਾਂ ਉਧਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤੇ ਪ੍ਰਦਰਸ਼ਨ ਦੇ ਵਿੱਚ ਜੋ ਸ਼ਾਮਲ ਨੇ ਤੇ ਪ੍ਰਦਰਸ਼ਨ ਜੋ ਕਰਵਾ ਰਹੇ ਨੇ ਰਾਜਧਾਨੀ ਓਟਾਵਾ ਦੇ ਵਿੱਚ, ਉਹਨਾਂ ਦੇ ਵੱਲੋਂ ਕੈਨੇਡਾ ਭਰ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਓਟਾਵਾ ਵੱਲ ਨੂੰ ਕੂਚ ਕਰਨ ਕਿ ਜਿੰਨੀ ਜ਼ਿਆਦਾ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਇੱਕ ਥਾਂ ਦੇ ਉੱਤੇ ਰਾਜਧਾਨੀ ਵਿੱਚ ਇਕੱਠੇ ਹੋਣਗੇ ਉਨਾ ਹੀ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾ ਸਕੇਗਾ ਤੇ ਮੰਗਾਂ ਨੂੰ ਮਨਵਾਉਣ ਦੇ ਵਾਸਤੇ ਉਹਨਾਂ ਦੇ ਵੱਲੋਂ ਕੁਝ ਇਸੇ ਤਰ੍ਹਾਂ ਕਦਮ ਚੁੱਕੇ ਜਾਂਦੇ ਰਹਿਣਗੇ, ਜੋ ਇਹ ਜ਼ਿਕਰ ਵੀ ਕੀਤਾ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਇਸ ਦਾ ਨਤੀਜਾ ਕੀ ਨਿਕਲਦਾ, ਸਿੱਟਾ ਕੀ ਨਿਕਲਦਾ, ਆਖਿਰ ਕਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹਿਣਗੇ ਤੇ ਆਖਿਰ ਸਰਕਾਰ ਦੇ ਵੱਲੋਂ ਇਹ ਮੰਗਾਂ ਮੰਨੀਆਂ ਜਾਣਗੀਆਂ ਜਾਂ ਨਹੀਂ। ਇੱਥੇ ਵੀ ਜ਼ਿਕਰਯੋਗ ਹੈ ਕਿ ਜੋ ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਉਣ ਦੇ ਵਾਸਤੇ ਮੰਗ ਕਰ ਰਹੇ ਨੇ ਉਸ ਦੇ ਵਿੱਚ ਇਸ ਸਮੇਂ ਤਾਂ ਕਾਫੀ ਗਿਣਤੀ ਵਿੱਚ ਲੋਕ ਪ੍ਰਦਰਸ਼ਨਾਂ 'ਚ ਸ਼ਾਮਲ ਹੋ ਰਹੇ ਨੇ ਤੇ ਜਦੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਸਤੰਬਰ 2021 ਦੇ ਵਿੱਚ ਜੋ ਚੋਣਾਂ ਹੋਣੀਆਂ ਸਨ ਉਸ ਦੇ ਵਾਸਤੇ, ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦੇਸ਼ ਭਰ ਵਿੱਚ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਘੇਰਿਆ ਜਾ ਰਿਹਾ ਸੀ। ਇੱਥੋਂ ਤੱਕ ਕਿ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਜਾ ਰਹੀ ਸੀ ਪ੍ਰਦਰਸ਼ਨਾਂ ਦੌਰਾਨ, ਤੇ ਜਿੱਥੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਚੋਣ ਪ੍ਰਚਾਰ ਦੇ ਲਈ ਪਹੁੰਚਦੇ ਤੇ ਬੋਲਦੇ ਸੀ, ਪਿੱਛੇ ਤੋਂ ਪ੍ਰਦਰਸ਼ਨਕਾਰੀਆਂ ਦੀਆਂ ਆਵਾਜ਼ਾਂ ਸਾਫ਼ ਸੁਣਾਈ ਦੇ ਰਹੀਆਂ ਸਨ, ਜਿਸ ਨੂੰ ਲੈ ਕੇ ਤੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਲਈ ਨਿੱਜੀ ਟਿੱਪਣੀਆਂ ਵੀ ਕੀਤੀਆਂ ਗਈਆਂ ਸੀ। ਉਹਨਾਂ ਦੀ ਪਤਨੀ ਨੂੰ ਲੈ ਕੇ ਵੀ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਇਸ ਸਮੇਂ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਗੁੱਸਾ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਗੱਲਾਂ ਵਿੱਚ ਇਸ ਸਮੇਂ ਦਿਖਾਈ ਦੇ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਜਸਟਿਨ ਟਰੂਡੋ ਮੰਨਦੇ ਨੇ ਜਾਂ ਨਹੀਂ ਤੇ ਅੱਗੇ ਇਸ ਦੇ ਉੱਤੇ ਕੀ ਫੈਸਲਾ ਕੀਤਾ ਜਾਵੇਗਾ। ਰੁੱਖ ਹੁਣ ਅਗਲੀ ਖਬਰ ਦੇ ਵੱਲ।
ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਦੇ ਕੁਝ ਹਿੱਸਿਆਂ ਦੇ ਵਾਸਤੇ ਪਹਾੜ ਤੋਂ ਬਰਫ਼ ਖਿਸਕਣ ਦੇ ਬਾਰੇ ਚੇਤਾਵਨੀ ਦਿੱਤੀ ਗਈ ਹੈ। ਆਖਿਰ ਕਿਹੜੇ ਖੇਤਰ ਨੇ ਤੇ ਕੀ ਚੇਤਾਵਨੀ ਉਹ ਤੁਹਾਨੂੰ ਹੁਣ ਇਸ ਰਿਪੋਰਟ ਵਿੱਚ ਦੱਸਾਂਗੇ। ਬ੍ਰਿਟਿਸ਼ ਕੋਲੰਬੀਆ ਦੇ ਕਈ ਹਿੱਸਿਆਂ ਦੇ ਵਾਸਤੇ ਪਹਾੜਾਂ ਤੋਂ ਬਰਫ਼ ਖਿਸਕਣ ਦੇ ਬਾਰੇ ਚੇਤਾਵਨੀ ਜਾਰੀ ਕੀਤੀ ਗਈ ਹੈ। ਐਵਲੈਂਚ ਕੈਨੇਡਾ ਤੇ ਪਾਰਕਸ ਕੈਨੇਡਾ ਨੇ ਇਸ ਦੇ ਬਾਰੇ ਚੇਤਾਵਨੀ ਜਾਰੀ ਕੀਤੀ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਫਰਵਰੀ 13 ਦੇ ਅੰਤ ਤੱਕ ਇਹ ਚੇਤਾਵਨੀ ਲਾਗੂ ਰਹੇਗੀ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਖੇਤਰ ਖਾਸ ਤੌਰ ਦੇ ਉੱਤੇ ਸੀ ਟੂ ਸਕਾਈ, ਸਾਊਥ ਕੋਸਟ ਆਈਲੈਂਡ, ਕੈਰੀਬੂਜ਼, ਨਾਰਥ ਤੇ ਸਾਊਥ ਕੋਲੰਬੀਆਸ, ਕੋਟਨੀ ਬਾਉਂਡਰੀ, ਪਰਸਲਸ ਤੇ ਜੈਸਪਰ ਤੇ ਗਲੇਸ਼ੀਅਰ ਨੈਸ਼ਨਲ ਪਾਰਕਸ, ਇਹਨਾਂ ਦੇ ਵਾਸਤੇ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੋ ਪਹਾੜਾਂ ਦੇ ਉੱਤੇ ਬਰਫ਼ ਦੀਆਂ ਪਰਤਾਂ ਨੇ ਉਸ ਦੇ ਵਿੱਚ 60 ਸੈਂਟੀਮੀਟਰ ਤੋਂ ਹੇਠਾਂ ਪਰਤ ਹੈ ਜੋ ਉਹ ਕਾਫੀ ਪਤਲੀ ਪਾਈ ਗਈ ਹੈ, ਜੋ ਕਿ ਮੰਨਿਆ ਜਾ ਰਿਹਾ ਹੈ ਕਿ ਉੱਥੇ ਤੋਂ ਬਰਫ਼ ਖਿਸਕਣ ਦੇ ਕਰਕੇ ਜੋ ਉੱਪਰ ਵੀ ਬਰਫ਼ ਹੈ ਉਹ ਸਾਰੀ ਖਿਸਕ ਸਕਦੀ ਹੈ, ਜਿਸ ਦੇ ਕਰਕੇ ਜੇਕਰ ਕੋਈ ਸੈਲਾਨੀ ਵੀ ਉੱਥੇ ਘੁੰਮਣ ਜਾਂਦੇ ਨੇ ਤੇ ਜਾਂ ਫਿਰ ਕੋਈ ਬ੍ਰਿਟਿਸ਼ ਕੋਲੰਬੀਆ ਵਾਸੀ ਉੱਥੇ ਪਹੁੰਚਦਾ ਹੈ ਤਾਂ ਇਸ ਗੱਲ ਦਾ ਪੂਰਾ ਧਿਆਨ ਦੇਣ, ਜਿਸ ਨੂੰ ਲੈ ਕੇ ਪਹਿਲਾਂ ਤੋਂ ਜਿਵੇਂ ਚੇਤਾਵਨੀ ਲਾਗੂ ਕੀਤੀ ਗਈ ਹੈ ਤਾਂ ਨਾਲ ਹੀ ਉੱਥੇ ਸੁਰੱਖਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ ਕਿ ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ। ਪਹਾੜ ਤੋਂ ਬਰਫ਼ ਖਿਸਕਣ ਦੇ ਇਹ ਮਾਮਲੇ ਕਾਫੀ ਗੰਭੀਰ ਹੋ ਸਕਦੇ ਨੇ, ਜਿਸ ਦੇ ਲਈ ਜ਼ਰੂਰੀ ਹੈ ਕਿ ਪਹਿਲਾਂ ਤੋਂ ਹੀ ਦੂਰੀ ਬਣਾਈ ਜਾਵੇ ਤੇ ਸੁਰੱਖਿਆ ਦੇ ਮੱਦੇਨਜ਼ਰ ਕੁਝ ਇਸ ਤਰ੍ਹਾਂ ਕਦਮ ਚੁੱਕੇ ਜਾਣ। ਜਿੱਥੇ ਵਾਸਤੇ ਵੀ ਇਹ ਚੇਤਾਵਨੀ ਲਾਗੂ ਹੈ ਉਹਨਾਂ ਥਾਵਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਟੋਲੀਆਂ ਬਣਾ ਕੇ ਜਿਹੜੇ ਘੁੰਮਣ ਜਾਂਦੇ ਨੇ ਉਸ ਚੀਜ਼ ਦੇ ਲਈ ਗੁਰੇਜ਼ ਕੀਤਾ ਜਾਵੇ। ਇਸ ਦੇ ਨਾਲ ਹੀ ਇਹਨਾਂ ਖੇਤਰਾਂ ਵਿੱਚ ਜਿਹੜੇ ਰਹਿੰਦੇ ਨੇ ਉਹ ਪਹਿਲਾਂ ਤੋਂ ਸ਼ਾਵਲ ਤੇ ਹੋਰ ਚੀਜ਼ਾਂ ਤਿਆਰ ਰੱਖਣ ਕਿ ਜੇਕਰ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਵੀ ਹੈ ਕਿ ਕੋਈ ਬਰਫ਼ ਹੇਠਾਂ ਵਿਅਕਤੀ ਵੀ ਧੱਸ ਜਾਂਦਾ ਹੈ ਤਾਂ ਉਸ ਨੂੰ ਨਾਲ ਦੀ ਨਾਲ ਬਾਹਰ ਕੱਢਣ ਦੇ ਵਾਸਤੇ ਸਮਾਨ ਵੀ ਕੋਲ ਮੌਜੂਦ ਹੋਵੇ। ਤਾਂ ਉਧਰ ਸਰੀ ਦੇ ਵਿੱਚ ਜੋ ਗੋਲੀਆਂ ਚੱਲਣ ਦਾ ਮਾਮਲਾ ਮੰਗਲਵਾਰ ਨੂੰ ਸਾਹਮਣੇ ਆਇਆ ਸੀ, 2 ਜਣਿਆਂ ਦੇ ਗੋਲੀਆਂ ਲੱਗੀਆਂ ਸਨ, ਉਹਨਾਂ ਦੇ ਵਿੱਚੋਂ ਇੱਕ ਨੇ ਦਮ ਤੋੜ ਦਿੱਤਾ। ਸਰੀ ਵਿੱਚ ਜੋ ਮੰਗਲਵਾਰ ਨੂੰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਵਿੱਚ 2 ਜਣਿਆਂ ਦੇ ਗੋਲੀਆਂ ਲੱਗੀਆਂ ਸਨ, ਉਹਨਾਂ ਵਿੱਚੋਂ ਇੱਕ ਨੇ ਹੁਣ ਦਮ ਤੋੜ ਦਿੱਤਾ ਹੈ। ਸਰੀ RCMP ਨੇ ਤਾਜ਼ਾ ਅਪਡੇਟ ਦਿੱਤੀ ਕਿ ਫਰਵਰੀ 8, 2022 ਨੂੰ ਰਾਤ ਦੇ 11:30 ਵਜੇ ਉਹਨਾਂ ਨੂੰ ਬੁਲਾਇਆ ਗਿਆ ਕਿ ਗੋਲੀਆਂ ਚੱਲੀਆਂ ਨੇ 168 ਬਲਾਕ ਤੇ 104 ਐਵੇਨਿਊ ਦੇ ਕੋਲ, ਜਿੱਥੇ ਕਿ ਜਦੋਂ ਉਹ ਪਹੁੰਚੇ ਉੱਥੇ ਗੱਡੀ ਵਿੱਚ ਇੱਕ ਪੁਰਸ਼ ਤੇ ਇੱਕ ਔਰਤ ਮੌਜੂਦ ਸਨ। ਦੋਵਾਂ ਦੇ ਗੋਲੀਆਂ ਲੱਗੀਆਂ ਹੋਈਆਂ ਸੀ। ਦੋਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਵਿੱਚੋਂ ਪੁਰਸ਼ ਦੀ ਹਾਲਤ ਉਸੇ ਸਮੇਂ ਕਾਫੀ ਗੰਭੀਰ ਬਣੀ ਹੋਈ ਸੀ, ਜਿਸ ਨੇ ਕਿ ਹੁਣ ਦਮ ਤੋੜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਹੁਣ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਜਾਂਚ ਦੇ ਵਾਸਤੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ, ਜਿਸ ਲਈ ਅੱਗੇ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਦੱਸਿਆ ਗਿਆ ਕਿ ਉਹਨਾਂ ਨੂੰ ਲੱਗ ਰਿਹਾ ਹੈ ਲੋਅਰ ਮੇਨਲੈਂਡ ਗੈਂਗ ਹਿੰਸਾ ਦੇ ਨਾਲ ਇਸ ਮਾਮਲੇ ਦਾ ਸੰਬੰਧ ਹੈ, ਪਰ ਇਸ ਦੇ ਬਾਰੇ ਹਜੇ ਤੱਕ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ। ਫਿਲਹਾਲ ਜਿਵੇਂ ਕਿ ਹੁਣ ਇਸ ਜਾਂਚ ਨੂੰ ਆਈਹਿਟ ਦੇ ਵੱਲੋਂ ਕੀਤਾ ਜਾਵੇਗਾ ਤਾਂ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਇਸ ਦੇ ਬਾਰੇ ਕੋਈ ਹੋਰ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਦੱਸਾਂਗੇ। ਰਿਜ ਮੈਡੋਜ਼ RCMP ਤੇ ਨਾਲ ਹੀ ਇੱਕ ਯੂਨਿਟ ਉਹਨਾਂ ਦੀ ਲੰਮੇ ਸਮੇਂ ਤੋਂ ਇੱਕ ਮਾਮਲੇ ਦੀ ਜਾਂਚ ਕਰ ਰਹੀ ਸੀ, ਜਿਸ ਤੋਂ ਬਾਅਦ ਕਈ ਛਾਪੇਮਾਰੀਆਂ ਕੀਤੀਆਂ ਗਈਆਂ ਤੇ ਉਹਨਾਂ ਨੇ ਨਸ਼ਾ ਬਰਾਮਦ ਕੀਤਾ, ਕੈਸ਼ ਤੇ ਨਾਲ ਹੀ ਹਥਿਆਰ ਵੀ ਬਰਾਮਦ ਕੀਤੇ ਗਏ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਰਿਜ ਮੈਡੋਜ਼ RCMP ਨੇ ਦੱਸਿਆ ਕਿ ਉਹਨਾਂ ਦੀ ਸਟਰੀਟ ਐਨਫੋਰਸਮੈਂਟ ਯੂਨਿਟ ਕਰੀਬ 7 ਮਹੀਨੇ ਤੋਂ ਵੀ ਵੱਧ ਦੇ ਸਮੇਂ ਤੋਂ ਜਾਂਚ ਕਰ ਰਹੀ ਸੀ। ਜੂਨ 2021 ਵਿੱਚ ਟੀਮ ਨੇ ਜਾਂਚ ਸ਼ੁਰੂ ਕੀਤੀ, ਜਦੋਂ ਸਟਰੀਟਸ ਦੇ ਉੱਤੇ ਨਸ਼ਾ ਤਸਕਰੀ ਨਾਲ ਸੰਬੰਧਿਤ ਮਾਮਲਿਆਂ ਦੇ ਉੱਤੇ ਉਹਨਾਂ ਦੀ ਨਜ਼ਰ ਪਈ, ਜਿਸ ਤੋਂ ਬਾਅਦ ਮੇਪਲ ਰਿਜ ਤੇ ਨਿਊ ਵੈਸਟਮਿੰਸਟਰ ਵਿੱਚ ਕਈ ਘਰਾਂ ਦੀ ਜਾਂਚ ਕੀਤੀ ਗਈ, ਜਿੱਥੇ ਕਿ ਛਾਪੇਮਾਰੀਆਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਨਸ਼ਾ, ਕੈਸ਼ ਤੇ ਹਥਿਆਰ ਬਰਾਮਦ ਕੀਤੇ ਗਏ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ 6 ਕਿਲੋ ਤੋਂ ਵੱਧ ਫੈਂਟਨਿਲ ਬਰਾਮਦ ਕੀਤੀ ਗਈ ਹੈ, ਜੋ ਕਿ ਸਿੰਥੈਟਿਕ ਨਸ਼ਾ ਹੁੰਦਾ ਹੈ, ਜਿਸ ਦੀਆਂ ਕਿ 63,120 ਡੋਜ਼ਸ ਤਿਆਰ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਅੱਗੇ ਨਸ਼ਾ ਤਸਕਰੀ ਦੇ ਲਈ ਵਰਤਣ ਵਾਸਤੇ ਤਿਆਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕੋਕੇਨ ਦਾ ਪਾਊਡਰ ਬਰਾਮਦ ਕੀਤਾ ਗਿਆ, 1 ਕਿਲੋ ਤੋਂ ਵੱਧ ਦਾ 625 ਗ੍ਰਾਮ ਮੈਥਮਫੈਟਾਮਾਈਨ ਬਰਾਮਦ ਕੀਤੀ ਗਈ ਹੈ, ਇੱਕ ਪਿਸਟਲ ਜਿਸ ਦੇ ਵਿੱਚ ਰੌਂਦ ਵੀ ਮੌਜੂਦ ਸਨ ਤੇ ਨਾਲ ਹੀ ਹੋਰ ਹਥਿਆਰ ਵੀ ਬਰਾਮਦ ਕੀਤਾ ਗਿਆ ਤੇ $31,000 ਤੋਂ ਵੱਧ ਕੈਸ਼ ਬਰਾਮਦ ਕੀਤਾ ਗਿਆ। 3 ਵਾਹਨ ਵੀ ਸੀਜ਼ ਕੀਤੇ ਨੇ ਪੁਲਿਸ ਨੇ ਕਿਹਾ ਕਿ ਲੰਮੇ ਸਮੇਂ ਤੋਂ ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਹੇ ਸਨ ਤੇ ਇਹ ਤਸਵੀਰਾਂ ਵੀ ਉਹਨਾਂ ਨੇ ਹੀ ਸਾਂਝੀਆਂ ਕੀਤੀਆਂ ਨੇ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਈ ਟੀਮਸ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸੀ ਇਸ ਜਾਂਚ ਦੇ ਵਾਸਤੇ, ਜਿਸ ਤੋਂ ਬਾਅਦ ਉਹਨਾਂ ਨੇ ਕਾਫੀ ਮਾਤਰਾ ਵਿੱਚ ਨਸ਼ਾ ਸਟਰੀਟਸ ਦੇ ਉੱਤੇ ਜਾਣ ਤੋਂ ਰੋਕ ਲਿਆ। ਇਸ ਦੇ ਨਾਲ ਹੀ ਇੱਕ ਵਿਅਕਤੀ ਤੇ ਨਾਲ ਹੀ ਇੱਕ ਔਰਤ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਨਾਲ ਹੀ ਉਹਨਾਂ ਦੀ ਮਾਮਲਿਆਂ ਦੇ ਬਾਰੇ ਹਜੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੋਵਿੰਸ਼ੀਅਲ ਕੋਰਟ ਦੇ ਵਿੱਚ ਵੀ ਪ੍ਰਕਿਰਿਆ ਦੀ ਸ਼ੁਰੂਆਤ ਨਹੀਂ ਹੋਈ ਹੈ। ਤੇ ਆਖਰੀ ਖਬਰ, PNP ਦਾ ਡਰਾਅ ਕੱਢਿਆ ਗਿਆ। ਓਨਟਾਰੀਓ ਸੂਬੇ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਫਰਵਰੀ 9 ਨੂੰ ਇਹ ਡਰਾਅ ਕੱਢਿਆ ਗਿਆ,
ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ 749 ਕਾਮੇ ਨੇ ਜੋ ਉਹਨਾਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ OINP ਦੇ ਤਹਿਤ, ਜਿਨ੍ਹਾਂ ਨੂੰ ਇਹ ਇਨਵੀਟੇਸ਼ਨ ਗਏ ਨੇ ਉਸ ਤੋਂ ਬਾਅਦ ਉਹ ਫਾਈਲਾਂ ਲਗਾਉਣਗੇ ਤੇ ਫਿਰ ਜਦੋਂ ਵੀ ਉਹਨਾਂ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ OINP ਦੀ ਜੇਕਰ ਅਪਰੂਵਲ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਕੈਨੇਡਾ ਦੀ PR ਦੇ ਵਾਸਤੇ ਅੱਗੇ ਅਪਲਾਈ ਕਰ ਸਕਣਗੇ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ। ਸਤਿ ਸ਼੍ਰੀ ਅਕਾਲ।